रोगन ते अर सोगन ते जल जोगन ते वो भांत बचावे। छत्र अनेक चलावत कहाव, तऊ तन एक न लागन पावे। राखत है अपनों कर दे कर, पाप समूह न भेटन पावे। और की बात कहाँ कह तो सो पेटी के पट बीच बचावे। आए प्रभ शरणागति कृपा निध दयाल। एक अखर हर मन वसत नानक होत निहाल। जियो जन तो राख हर प्रभ तेरिया, केते गुण असंख्य अवगुण मेरिया। कृपा करो दीन के दाते, मेरा गुण अवगुण न विचारो कोई। माटी का क्या तो पै स्वामी, मानस की गते ही। माटी का क्या तो पै स्वामी, मानस की गत एही। परम सत्कारयोग सत संगत जी, एक बारी सारे माई भाई प्यार का सबूत दियो। परम कृपालता करके साहिबे कमाल अमृत के दाते सरवण सदानी साहिब श्री गुरु गोबिंद सिंह महाराज की बख्शी फतेह बड़े प्यार ते प्रेम दे नाल प्रवान करो। सारे माई भाई गज के आखो जी वाहिगुरु जी का खालसा वाहिगुरु जी की फतेह। सतगुरां दी अपार कृपा हुई है, आपां नूं इस भगियां घड़ियां गुरु चरनां विच गुरु दरबार विच बैठण दियां प्राप्त होईयां ने। जद असीं संगत विच नूं चल के आउंदे हां, एक एक कदम ते भी बड़ा उहदा महात्म मिलदा है। भाई गुरदास साहब जी कहंदे ने चरण शरण गुर एक पिंड जाए चल, सतगुर कोट पिंडा आगे होए लेत है। एक विद्वान ये गल कहंदा है कि विदवत जग करत सदा दिजज उत्तम गोत। साध निकट चल जाइए सो फल पग पग होत। विधि पूर्वक शास्त्रां दे मुताबक उत्तम गोत दा ब्राह्मण कोई जग करावे, जग करना बड़ा औखा सी। एक जुग ही जगां दा सी, सतजुग सत त्रेता जगी। जग बड़े बड़े लोगों ने कीते, पर जग आम बंदा नहीं, राजे महाराजे करते होंगे। उन्हां जगां विच विघन भी बड़ा पैंदा सी। उन्हां जगां दे करन दे विच बेशुमार खर्च भी आउंदा सी। ਉਹ जग करन वास्ते बड़े कुछ करने पैंदे, घोड़ा छड्डना, सारे आले दुआले राजिਆਂ ਨੂੰ विजय करना, ते फिर वो जग कीते जांदे, राजे जग करदे। ਉਹ जग ਦਾ किन्ना ਕੁ ਮਾਤ ਹੋਊਗਾ, ਇਹ ਉਹ ਸ਼ਾਸਤਰ ਵਾਲਾ ਕਹਿੰਦਾ ਹੈ, ਨੀਤੀਵਾਨ ਕਹਿੰਦਾ ਹੈ, ਜਿਹੜਾ ਕਿ ਉਹ ਜਗ ਕਰਨ ਵਾਲਿਆਂ ਦੇ ਨਾਲ ਸੰਬੰਧਿਤ ਹੈ। ਉਹ ਕਹਿੰਦਾ विधवत जग करत सदा, विधवत विधि पूर्वक सदा ही जग करन दी मुहारत रखण वाला। दिज जे उत्तम गोत दा उत्तम जाति दा दिज ब्राह्मण आप शामिल हो के, जिवें आपां कहने सियाणा पाठी सिंह होवे, विधि विधान गुरमत दी जाणदा होवे, भावना भी ओहदी होवे, गुरु नाल शरधा भी होवे, ओह जिहा गुरमुख पाठ करे ते पाठ करने वाले का भी उधार ते पाठ कराने वाले का भी उधार हो जाता है। आखो सतनाम श्री वाहिगुरू।
ਇਸੇ ਤਰ੍ਹਾਂ ਹੀ ਜੱਗ ਵਿੱਚ ਉਹ ਕਹਿੰਦਾ ਹੈ ਵੀ ਉੱਤਮ ਜਾਤੀ ਦਾ ਬ੍ਰਾਹਮਣ ਹੋਵੇ, ਉਹਨੂੰ ਪੂਰੇ ਵਿਧੀ ਵਿਧਾਨ ਦਾ ਪਤਾ ਹੋਵੇ ਜੱਗ ਕਿਵੇਂ ਹੁੰਦਾ ਹੈ। ਜੇ ਉਹ ਜੱਗ ਸੰਪੂਰਨ ਹੋ ਜਾਏ, ਉਹਦਾ ਜਿੰਨਾ ਮਹੱਤਵ ਹੁੰਦਾ, ਕਹਿੰਦੇ ਸੰਗਤ ਵੱਲ ਚੱਲ ਕੇ ਆਈਏ ਨਾ, ਇੱਕ ਇੱਕ ਕਦਮ ਤੇ ਉਹ ਫਲ ਪ੍ਰਾਪਤ ਹੁੰਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੱਕ ਇੱਕ ਕਦਮ ਤੇ ਇਹ ਮਹਾਤਮਾ ਹੈ ਸੰਗਤ ਦਾ। ਗੁਰੂ ਬਾਣੀ ਕਹਿੰਦੀ ਹੈ, ਗੁਰੂ ਮਹਾਰਾਜ ਕਹਿੰਦੇ ਨੇ, ਸੰਗਤ ਦੇ ਗੁਣ ਬਹੁਤ ਅਧਿਕਾਈ। ਬੜੇ ਗੁਣ ਨੇ ਜੀ। ਪੜ ਸੂਆ ਗਨਕ ਉਧਾਰੇ। ਗਨਕਾ ਕੰਚਨੀ ਜਿਹੜੀ ਪਾਪ ਕਰਨ ਵਾਲੀ ਸੀ, ਜਿਹਨੂੰ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ, ਗਨਕਾ ਪਾਪਨ ਹੋਏ ਕੇ ਪਾਪਾਂ ਦਾ ਗਲ ਹਾਰ ਪਰੋਤਾ, ਗਈ ਬੈਕੁੰਠ ਬਿਵਾਨ ਚੜ ਨਰਕਾ ਵਿਚਨਾ ਖਾਧੋ ਸਗੋਤਾ। ਪਾਪ ਕਮਾਉਣ ਵਾਲਾ ਉਹ ਜੀਵ ਕੰਚਨੀ, ਜਿਹਨੇ ਪਾਪਾਂ ਦੇ ਹੀ ਆਪਣੇ ਗਲ 'ਚ ਹਾਰ ਪਾਇਆ ਸੀ, ਜਦੋਂ ਕਿਸੇ ਮਹਾਂਪੁਰਖ ਦੀ ਕਮਾਈ ਵਾਲੇ ਦੀ ਸੰਗਤ ਹੋਈ, ਇਹ ਭਾਈ ਗੁਰਦਾਸ ਸਾਹਿਬ ਕਹਿ ਰਹੇ ਆ, ਮਹਾਂਪੁਰਖ ਚਾਣ ਚੱਕ ਗਣਕਾ ਵਾੜੇ ਜਾਏ ਖੜੋਤਾ। ਮੱਥ ਕੇ ਨਹੀਂ ਗਿਆ, ਸੰਸਾਰੀ ਜੀਵਾਂ ਵਾਂਗੂ ਬਾਸ਼ਨਾ ਦਾ ਬੱਝਿਆ ਨਹੀਂ ਗਿਆ, ਸਵਾਰਥ ਨਾਲ ਨਹੀਂ ਗਿਆ, ਕੋਈ ਮੰਦ ਵਾਸ਼ਨਾ ਨਾਲ ਨਹੀਂ ਗਿਆ। ਤੁਰਿਆ ਜਾਂਦਾ ਫਕੀਰ। ਕੋਈ ਕਹਿੰਦਾ ਬਰਸਾਤ ਹੋਣ ਲੱਗ ਪਈ, ਛੱਜਾ ਵਧਿਆ ਸੀ, ਉਹਦੇ ਆਸਰੇ ਖੜ ਗਿਆ, ਉਹਦਾ ਕਰਮ ਜਾਗਿਆ। ਪਾਪ ਕਰਨ ਵਾਲੀ ਉਸ ਇਸਤਰੀ ਦਾ ਮਹਾਂਪੁਰਸ਼ ਨੂੰ ਤੱਕਿਆ। ਮਹਾਂਪੁਰਸ਼ ਨੂੰ ਤੱਕ ਕੇ ਅੰਦਰ ਭਾਵਨਾ ਆਈ ਵੀ ਪਾਪ ਤੇ ਮੈਂ ਸਾਰੀ ਜ਼ਿੰਦਗੀ ਕਰਦੀ ਆ, ਅੱਜ ਮੈਂ ਫਕੀਰ ਦੀ ਕੋਈ ਜਲ ਪਾਣੀ ਛਕਾ ਸੇਵਾ ਕਰ ਲਵਾਂ। ਆ ਕੇ ਬੇਨਤੀ ਕੀਤੀ, ਮਹਾਰਾਜ ਤੁਸੀਂ ਇੱਥੇ, ਕਹਿੰਦੇ ਬਸ ਸਵੇਰੇ ਖੜ ਕੇ ਪਾਣੀ ਬਰਸਾਤ ਤੋਂ। ਮਹਾਰਾਜ ਫਿਰ ਚਰਨ ਪਾਓ, ਕੋਈ ਜਲ ਪਾਣੀ ਛਕੋ। ਜਦ ਫਕੀਰ ਅੰਦਰ ਗਿਆ, ਉਹ ਤਾਂ ਸਾਰਾ ਹੀ ਦੂਸਰਾ ਕਰਮ, ਦੂਸਰਾ ਹੀ ਸਾਰਾ ਸਾਜੋ ਸਮਾਨ ਦੇਖਿਆ। ਹੈਰਾਨ ਹੋ ਗਿਆ ਸੰਤ ਵੀ। ਆਖਣ ਲੱਗੇ, ਬੇਟਾ ਇਹ ਮਨੁੱਖਾ ਜਨਮ ਇਸ ਕਰਮ ਵਾਸਤੇ ਥੋੜਾ ਮਿਲਿਆ। ਮਨੁੱਖਾ ਜਨਮ ਤੇ ਬਹੁਤ ਕੀਮਤੀ ਹੈ, ਇਹਨੂੰ ਭੰਗ ਦੇ ਪਾੜੇ ਨਹੀਂ ਗਵਾਉਣਾ। ਕਬੀਰ ਮਾਨਸ ਜਨਮ ਦੁਰਲਭ ਹੈ, ਹੋਏ ਨਾ ਬਾਰੰਬਾਰ, ਜਿਉਂ ਬਨ ਫਲ ਪਾਕੇ ਪੋਇੰਗਰੇ ਬੌਰ ਨਾ ਲਾਗੇ ਡਾਰ। ਬਾਰ ਬਾਰ ਨਹੀਂ ਮਿਲਦੀ ਹੈ ਮਨੁੱਖਾ ਦੇਹੀ। ਮਾਨਕ ਦੇ ਬੌਰ ਨਾ ਪਾਵੇ, ਕਛੂ ਉਪਾਓ ਮੁਕਤ ਕਾ ਕਰ ਰਹੇ। ਮਹਾਰਾਜ ਕਹਿੰਦੇ ਨੇ, ਕੁਛ ਮੁਕਤੀ ਦਾ ਉਪਾਅ ਕਰ ਲੈ, ਕੁਛ ਜੀਵਨ ਦੀ ਸਫਲਤਾ ਦਾ ਯਤਨ ਕਰ ਲੈ। ਇਹ ਬਾਰ ਬਾਰ ਨਹੀਂ ਮਿਲਣੇ। ਬਾਰ ਬਾਰ ਮਿਲਣ ਵਾਲੀ ਚੀਜ਼ ਨਹੀਂ ਹੈ ਮਨੁੱਖਾ ਜਨਮ। ਮਹਾਂਪੁਰਖ ਕਮਾਈ ਵਾਲਾ ਸੀ, ਬੰਦਗੀ ਵਾਲਾ ਸੀ। ਆ ਹੁਣੀ ਰਾਗੀ ਸਿੰਘ ਸ਼ਬਦ ਪੜ੍ਹ ਰਹੇ ਸੀ ਨਾ, ਸੰਤ ਕਾ ਮਾਰਗ ਧਰਮ ਕੀ ਪੌੜੀ। ਸੰਤਾਂ ਦਾ ਰਸਤਾ ਜਿਹੜਾ, ਇਹ ਧਰਮ ਦੀ ਪੌੜੀ ਹੈ, ਉਸ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ, ਉਸ ਮਹਲ ਤੇ ਚੜ੍ਹਨ ਵਾਸਤੇ। ਬਾਣੀ ਇਹ ਵੀ ਕਹਿੰਦੀ ਹੈ, ਜੋ ਜੋ ਉਸ ਰਾਸਤੇ ਚੱਲਿਆ, ਜੋ ਜੋ ਸਰਨ ਪਰੈ ਸਾਧੂ ਕੀ ਸੋ ਪਾਰ ਗ੍ਰਾਮੀ ਕੀਆ। ਜੋ ਜੋ ਵੀ ਸਾਧੂ ਦੀ ਸ਼ਰਨ ਵਿੱਚ ਪਿਆ, ਫਿਰ ਉਹ ਨਾਮ ਜਪਣ ਵਾਲੇ ਦਾ ਪਰਉਪਕਾਰ ਹੈ, ਉਹ ਫਿਰ ਪਾਰ ਕਰ ਦਿੰਦਾ ਬੇੜਾ। ਅੱਜ ਇੱਕ ਪਾਪ ਕਰਨ ਵਾਲੀ ਉਸ ਇਸਤਰੀ ਦੇ ਦਰ ਤੇ ਇੱਕ ਮਹਾਂਪੁਰਖ ਦਾ ਪਹੁੰਚਣਾ, ਜੇ ਤਾਂ ਹੁੰਦਾ ਅਧੂਰਾ, ਫਿਰ ਤਾਂ ਉਹ ਵੀ ਪਾਪ ਵਿੱਚ ਡੁੱਬ ਜਾਂਦਾ। ਪਰ ਰੱਬ ਨਾਲ ਜੁੜਿਆ ਸੀ, ਪਰਮਾਤਮਾ ਨਾਲ ਅਭੇਦ ਹੋਇਆ ਸੀ। ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ, ਜਬ ਵੇਖੋ ਤਤ। ਤੇ ਮਹਾਂਪੁਰਖ ਦੇ ਬਚਨ ਚੰਗੇ ਲੱਗੇ, ਹੱਥ ਜੋੜੇ। ਮਹਾਰਾਜ ਫਿਰ ਹੁਣ ਮੈਂ ਕਿਵੇਂ? ਕਹਿਣ ਲੱਗੇ, ਬੇਟਾ ਨਾਮ ਜਪਿਆ ਕਰ, ਸਿਮਰਨ ਕਰਿਆ ਕਰ। ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ, ਹਰ ਕੋ ਨਾਮ ਸਦਾ ਸੁਖਦਾਈ, ਜਾਂ ਕੋ ਸਿਮਰ ਅਜਾਮਲ ਉਧਰੋ ਗਨਕਾ ਹੂੰ ਗਤ ਪਾਈ। ਗਨਕਾ ਹੂੰ, ਗਨਕਾ ਨੇ ਵੀ ਮੁਕਤੀ ਪਾਲੀ, ਨਾਮ ਜਪ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਤੇਗ ਬਹਾਦਰ ਸਾਹਿਬ ਨੇ ਪ੍ਰਵਾਨ ਗਨਕਾ ਦਾ ਵੀ ਦੇਖੋ ਬਾਣੀ ਚ ਦਿੱਤਾ, ਨਾਮ ਜਪਿਆ ਕਰ ਪਰਮੇਸ਼ਰ ਦਾ। ਚਲੋ ਕੋਈ ਕਹਿੰਦੇ ਵੀ ਬਹਾਨਾ ਉਤੋਤਾ ਦੇਤਾ, ਸੂਆ ਪੜਾਵਤ ਗਨਕਾ ਤੇਰੀ ਭਗਤ ਨਾਮਦੇਵ ਜੀ ਕਹਿੰਦੇ ਨੇ, ਐਸਾ ਰੰਗ ਲੱਗਿਆ ਨਾਮ ਦਾ, ਐਸੀ ਕਿਰਪਾ ਹੋਈ, ਕਮਾਈ ਵਾਲੇ ਦੀ ਐਸੀ ਦ੍ਰਿਸ਼ਟੀ ਪਈ, ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸੀ।
ਉਹਦਾ ਜੀਵਨ ਬਦਲ ਗਿਆ। ਉਹ ਪਰਮੇਸ਼ਰ ਦਾ ਨਾਮ ਜਪਣੋਂ ਐਸੇ ਲੱਗੀ ਕਿ ਉਹ ਬੈਕੁੰਠਾਂ ਨੂੰ ਭਾਈ ਗੁਰਦਾਸ ਕਹਿੰਦੇ ਬਵਾਨ ਤੇ ਚੜ ਕੇ ਗਈ, ਜਮਾਂ ਦੇ ਬਸ ਨਹੀਂ ਪਈ, ਜਮਾਂ ਦੇ ਡੰਡੇ ਨਹੀਂ ਖਾਦੇ, ਜਮਾਂ ਦੀਆਂ ਸਜ਼ਾਵਾਂ ਨਹੀਂ ਕੱਟੀਆਂ। ਗਨਕਾ ਪਾਪਣ ਹੋਏ ਕਹੇ ਪਾਪਾਂ ਦਾ ਗਲ ਹਾਰ ਪਰੋਤਾ, ਗਈ ਬੈਕੁੰਠ ਬਵਾਨ ਚੜ, ਨਰਕਾਂ ਵਿੱਚ ਨਾ ਖਾਧੋ ਸਕੋਤਾ। ਕਿੰਨੇ ਪ੍ਰਵਾਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਸੇ ਸ਼ਬਦ ਵਿੱਚ ਦਿੱਤੇ ਨੇ, ਹਰ ਕੋ ਨਾਮ ਸਦਾ ਸੁਖਦਾਈ, ਜਾਗੋ ਸਿਮਰ ਅਜਾਮਲ। ਹੁਣ ਅਜਾਮਲ ਵੀ ਪੰਡਤਾਂ ਦਾ ਮੁੰਡਾ ਵਿਦਵਾਨ ਹੈ, ਪਰ ਗੁਰੂ ਤੋਂ ਟੁੱਟ ਗਿਆ। ਗੁਰੂ ਦੇ ਨਾਲੋਂ ਫਰਕ ਪੈ ਗਿਆ। ਐਸਾ ਮਹਾਂਪੁਰਖ ਸੰਤ ਗਿਆਨੀ ਮੋਹਨ ਸਿੰਘ ਜੀ ਪਿੰਡਰਾਂ ਵਾਲੇ ਵੀ ਇੱਕ ਵਾਰੀ ਬਚਨ ਸੁਣਾਉਂਦੇ ਸੀ। ਸੰਤ ਗਿਆਨੀ ਗੁਰਬਚਨ ਸਿੰਘ ਜੀ ਮਹਾਂਪੁਰਖ ਪਿੰਡਰਾਂ ਵਾਲੇ, ਉਹਨਾਂ ਨੇ ਵੀ ਐਸੇ ਬਚਨ ਸੁਣਾਏ ਵੀ ਪੰਡਤ ਦਾ ਮੁੰਡਾ ਸੀ, ਵਿਦਵਾਨ ਪੰਡਤ ਦਾ ਮੁੰਡਾ ਸੀ, ਰਾਜ ਦਰਬਾਰੀ ਪੰਡਤ ਦਾ ਮੁੰਡਾ ਸੀ। ਉਸ ਨੂੰ ਚੰਗਾ ਲਾਇਕ ਬਣਾਉਣ ਵਾਸਤੇ ਪਿਤਾ ਨੇ ਆਪਣੇ ਪੁੱਤਰ ਨੂੰ ਇੱਕ ਬਹੁਤ ਮਹਾਨ ਵਿਦਵਾਨ ਕਮਾਈ ਵਾਲੇ ਪੰਡਤ ਕੋਲੇ ਭੇਜਿਆ ਵੀ ਤੂੰ ਵਿਦਿਆ ਸਿੱਖ ਲੈ, ਇਹ ਤੇਰਾ ਰੁਜ਼ਗਾਰ ਹੈ। ਜਿਵੇਂ ਮੈਂ ਰਾਜ ਦਰਬਾਰ ਦੇ ਵਿੱਚ ਵਡਿਆਈ ਪਾਉਣਾ ਵਿਦਿਆ ਕਰਕੇ, ਮੈਂ ਸਤਿਕਾਰ ਪਾਉਣਾ, ਤੂੰ ਵੀ ਆਏ ਪਾਏਗਾ ਜੇ ਵਿਦਿਆ ਪੜ੍ਹ ਲੇਗਾ। ਸ਼ਾਸਤਰ ਵਾਲਾ ਵੀ ਕਹਿੰਦਾ ਜਹਾਂ ਤਨੀ ਪਹੁੰਚੇ ਨਹੀਂ ਤੈਂ ਪਹੁੰਚੇ ਵਿਦਵਾਨ, ਜਿੱਥੇ ਤਨੀ ਨਹੀਂ ਪਹੁੰਚਦਾ ਮਾਫ ਕਰਨਾ, ਉੱਥੇ ਵਿਦਵਾਨ ਪਹੁੰਚ ਜਾਂਦਾ। ਇਹ ਗੁਰੂ ਦੀ ਬਖਸ਼ਿਸ਼ ਹੈ, ਗੁਣ ਹੈ, ਵਿਦਿਆ ਹੈ। ਹੁਣ ਵਿਦਿਆ ਪੜ੍ਹਦਾ ਰਿਹਾ। ਮਹਾਂਪੁਰਖ ਨੇ ਆਖਿਆ ਸੀ ਗੁਰਮੁਖੋ, ਵਿਦਿਆਰਥੀ ਨੂੰ ਸਿਆਣਾ ਟੀਚਰ ਸਮਝਾਉਂਦਾ ਹੈ, ਉਹਨੂੰ ਚੰਗੀ ਸਿੱਖਿਆ ਦਿੰਦਾ ਹੈ, ਮਾੜੇ ਰਸਤੇ ਤੋਂ ਰੋਕਦਾ, ਚੰਗੇ ਰਸਤੇ ਜਾਣ ਨੂੰ ਕਹਿੰਦਾ ਹੈ। ਸ਼ਹਿਰ ਦੇ ਵਿੱਚ ਦੀ ਉਹ ਰਸਤਾ ਸੀ ਜਿੱਥੇ ਜ਼ਿਆਦਾ ਇਹ ਬੇਸਵਾ ਦੇ ਅੱਡੇ ਸਨ। ਉਸ ਮਹਾਂਪੁਰਖ ਨੇ ਆਖਿਆ ਮੇਰਾ ਵਿਦਿਆਰਥੀ ਕੋਈ ਇਸ ਰਸਤੇ ਨਾ ਆਵੇ, ਬਾਹਰੋਂ ਦੀ ਆਵੇ। ਬਾਹਰੋਂ ਦੀ ਆਉਂਦੇ ਰਹੇ ਸਾਰੇ, ਪਰ ਵਿਦਿਆ ਪੜ੍ਹ ਕੇ ਜਦ ਸੰਪੂਰਨ ਹੋਈ, ਹੁਣ ਅਜਾਮਲ ਜਾਣ ਲੱਗਿਆ, ਕਹਿਣ ਲੱਗਿਆ ਗੁਰੂ ਇੱਧਰੋਂ ਜਾਣ ਨੂੰ ਰੋਕਦਾ ਸੀ, ਅੱਜ ਇੱਧਰ ਹੀ ਚੱਲਦੇ ਆ। ਦੇਖੋ ਮਤ ਭ੍ਰਿਸ਼ਟ ਹੋ ਗਈ, ਜਿੱਧਰੋਂ ਗੁਰੂ ਰੋਕਦਾ ਸੀ ਹੁਣ ਮਤਲਬ ਨਿਕਲ ਗਿਆ। ਹੁਣ ਉਹ ਰੋਕ ਤੋੜ ਕੇ ਵੀ ਇੱਧਰ ਹੀ ਜਾਣਾ ਜਿੱਧਰੋਂ ਗੁਰੂ ਰੋਕਦਾ ਸੀ, ਤੇ ਉਧਰ ਐਸਾ ਗਿਆ ਤੇ ਐਸਾ ਜਾਲ 'ਚ ਫਸਿਆ, ਬੇਸਵਾ ਗਾਮੀ ਹੋ ਗਿਆ। ਰਾਜ ਦਰਬਾਰ ਵਿੱਚ ਸ਼ਿਕਾਇਤ ਹੋ ਗਈ। ਰਾਜ ਦਰਬਾਰ ਦੇ ਵਿੱਚੋਂ ਪਹਿਲਾਂ ਉਸ ਨੂੰ ਮਾਫੀ ਦਿੱਤੀ ਗਈ, ਜਦ ਫਿਰ ਵੀ ਨਾ ਹਟਿਆ, ਫਿਰ ਉਸ ਨੂੰ ਦੇਸ਼ ਨਿਕਾਲਾ ਦਿੱਤਾ ਗਿਆ ਸੌਖ ਹੋ ਕੇ। ਉਹ ਬੇਸਵਾ ਵੀ ਨਾਲ ਹੀ ਗਈ। ਐਸੀ ਹਾਲਤ ਬਣ ਗਈ। ਭਾਈ ਗੁਰਦਾਸ ਸਾਹਿਬ ਕਹਿੰਦੇ ਨੇ 6 ਪੁੱਤ ਜਾਏ ਬੇਸਵਾ, ਪਾਪਾਂ ਦਾ ਫਲ ਇੱਛੇ ਲਹਿਆ। ਗੁਰ ਤੋਂ ਬੇਮੁਖ ਹੋਏ ਕਹੇ, ਗੁਰੂ ਤੋਂ ਬੇਮੁਖ ਹੋ ਗਿਆ ਭਾਈ ਗੁਰਦਾਸ ਜੀ ਕਹਿੰਦੇ। ਮਹਾਰਾਜ ਕਹਿੰਦੇ ਜੇ ਕੋ ਗੁਰ ਤੇ ਬੇਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੇ। ਮੁਕਤ ਨਾ ਪਾਵੇ ਹੋਰ ਤਾਂ ਕੋਈ ਪੁੱਛੋ ਵਿਵੇਕੀਆਂ ਜਾਏ, ਅਨੇਕ ਜੂਨੀ ਭਰਮ ਆਵੇ, ਬਿਨ ਸਤਿਗੁਰ ਮੁਕਤ ਨਾ ਪਾਵੇ। ਗੁਰੂ ਤੋਂ ਬਿਨਾ ਮੁਕਤੀ ਨਹੀਂ ਮਿਲੇਗੀ। ਜੋ ਟੁੱਟ ਗਿਆ ਗੁਰੂ ਨਾਲੋਂ। ਤੇ 6 ਪੁੱਤਰ ਪੈਦਾ ਹੋ ਗਏ, ਖਾਣ ਨੂੰ ਕੁਛ ਨਹੀਂ, ਜਾਨਵਰ ਮਾਰ ਕੇ ਲਿਆਉਂਦਾ। ਹੁਣ ਉੱਥੇ ਵੀ ਕਿਸੇ ਮਹਾਂਪੁਰਖ ਦਾ ਅਚਾਨਕ ਆਉਣਾ ਹੋ ਗਿਆ, ਤੇ ਉਹਦਾ ਵੀ ਭਾਗ ਜਾਗ ਗਿਆ। ਉਹ ਬੀਬੀ ਦਾ ਵੀ ਉਸਨੇ ਆਖਿਆ ਅੱਜ ਨਾ ਜਾਨਵਰ ਮਾਰਨੇ, ਅੱਜ ਸੰਤ ਆਏ ਨੇ, ਅੱਜ ਆਪਾਂ ਆ ਛੋਲੇ ਪਏ ਆ, ਇਹ ਉਬਾਲ ਕੇ ਇਹੀ ਛਕ ਲਾਂਗੇ, ਨਾਲੇ ਸੰਤਾਂ ਨੂੰ ਛਕਾ ਦਾਂਗੇ। ਐਸਾ ਹੀ ਹੋਇਆ। ਪਰਮੇਸ਼ਰ ਦੀਆਂ ਗੱਲਾਂ ਹੋਈਆਂ। ਸੰਤ ਨੇ ਕੀ ਕਰਨਾ ਜੀ? ਰੱਬ ਦੀ ਗੱਲ ਕਰਨੀ ਹੈ। ਮੇਰੇ ਪ੍ਰੀਤਮ ਕੀ ਕੋਈ ਬਾਤ ਸੁਣਾਵੇ, ਭਾਈ ਸੋ ਮੇਰਾ ਮੀਤ, ਸੋ ਭਾਈ ਸੋ ਮੇਰਾ ਵੀਰ। ਜਿਹੜਾ ਮੇਰੇ ਪ੍ਰੀਤਮ ਦੀ ਗੱਲ ਸੁਣਾਉਂਦਾ ਉਹ ਮੇਰਾ ਭਰਾ ਹੈ, ਉਹ ਮੇਰਾ ਵੀਰ ਹੈ, ਮਿੱਤਰ ਹੈ। ਸਾਰੀ ਰਸ ਹੋਈ ਵਿਚਾਰ। ਹੁਣ ਪੰਡਤ ਹੈ, ਵਿਦਵਾਨ ਹੈ, ਸ਼ਾਸਤਰਾਂ ਦਾ ਗਿਆਤਾ ਹੈ। ਕਰਮ ਜਾਗਿਆ। ਜਦੋਂ ਮਹਾਂਪੁਰਖ ਤੁਰਨ ਲੱਗੇ, ਹੱਥ ਜੋੜ ਕੇ ਖੜਾ ਹੋ ਗਿਆ ਵੀ ਮਹਾਰਾਜ ਮੇਰੇ ਤੇ ਕਿਰਪਾ ਕਰੋ। ਮਹਾਂਪੁਰਖ ਕਹਿੰਦੇ ਪੜ੍ਹਿਆ? ਕਹਿੰਦੇ ਬਹੁਤ ਕੁਝ ਪੜ੍ਹਿਆ ਜੀ। ਮਹਾਂਪੁਰਖ ਕੰਨੋਂ ਹੱਥ ਲਾਏ, ਕਹਿੰਦੇ ਇੰਨਾ ਪੜ੍ਹ ਕੇ ਵੀ ਤੈਨੂੰ ਅਕਲ ਨਹੀਂ ਆਈ, ਗਿਆ ਵੀ ਖੂਹ ਚ ਪਾਤਾ ਵੀ ਹੁਣ ਤੈਨੂੰ ਗਿਆਨ ਕਿਹੜੀ ਗੱਲ ਦਾ ਦੇਈਏ, ਗਿਆਨ ਤਾਂ ਤੂੰ ਪਹਿਲੇ ਹੀ ਪੜਨਾ ਚੱਕੀ ਫਿਰਦਾ। ਉਹ ਕਹਿਣ ਲੱਗਾ ਜੀ ਮਹਾਂਪੁਰਖ ਦਾ ਸੰਗ ਬਿਰਥਾ ਨਹੀਂ ਜਾਂਦਾ, ਸਾਧ ਕਾ ਸੰਗ ਨਹੀਂ ਕਛ ਕਾਲ, ਦਰਸ਼ਨ ਭੇਟਤ ਹੋਤ ਨੇ।
महापुर आखन लगे फिर इउं कर, क्योंकि तरकाल दरसी सी ना, कमाई वाला सी, साडे वर्गा पखंडी नहीं सी, भेखधारी नहीं सी, पहुंचिया सी। आखन लगे फिर एक 7वां पुत्र तेरे घर होर आएगा, ओदा नाम नारायण रख ली। संत कह के चले गए। 7वां पुत्र ने जन्म लिया। कहते 7वां पुत्र पैदा होया, 9 धरन वास्ते चलिया। हुण 7वां पुत्र पैदा होते गुरु द्वारा जाए गए, गुरमुख नाम नारायण कहिया। भाई गुरदास जी कहते गुरमुखां दे कोले जाके जिवें आपां नवें बच्चे जन्मे नूं गुरु घर लिया के मुख वक लैके अरदास करा के नाम रखते हैं। नाम वे गुरमुख भी वो भी कमाई वाला सी, कहने लगा इहदा नाम नारायण रख लै। फिर गुरु रामदास साहब कहते ने जदों जमा ने दिखाई दी उदों फिर डाडा निकल गया, नारायण आके मैनूं बचा। महाराज बाणी च कहते ने शब्द पुत्र हित नारायण कहियो, जम कंकर मार बिधारा। नाम एडा वड्डा शक्तिशाली है। नाम तो ऊपर कोई नहीं। गुरु अर्जन साहब कहते हैं नाम तुल कछ अबर ना होए, नानक गुरमुख नाम पावे जन को। नाम नूं सारे नहीं पा सकते। नाम तो एक भागां च होवे, ये औखा काम नाम जपने। आखण औखा सच्चा नाम, बाकी काम नहीं औखा कोई। नाम जपना औखा। जद नाम जपदा कई बारी विघन पैंदे है। भरथरी घरों दुखी होकर नाम जपण वास्ते तुर पिया सी। राज छड्डदा, आपदे भरा नूं देता, क्यों घर दे विच बेविश्वासी देखी। बराग शतक दे पहले वो सवैये विच लिखदा है, सोमनाथ विप्रवार गिरजा के वर कर लीनो सुधा फल कर दीनो नर नायक। राजा सोए पत्नी को ताने आगे, मीत ही को ताने आगे, गीत ही को दीनो फल चाहे के। गन का सरागे फल तरा पता गे तरा, नर नाथ मा तो ना सुन तो ना बचता है। पंडित ने गरीबी तो दुखी होकर नाम जपया के शिव जी की उपासना कर ली। कहते अमर फल देता, शिव जी ने खुश होके। पंडिताणी कहती आ काहनूं चक्की होना, भुखे तो पहला मरदे आ। जे भोले नाथ खुश होया जी खाण नूं मंग लैंदा कुछ। वो कहते भी गल तो सही है भी हुण फिर अपना हो जाता। साडा राजा है भरथरी, बड़ा धर्मात्मा है, ਆਪਾਂ ਇਹਨੂੰ ਦਿੰਨੇ ਆ जी ये फले तो आप रोजगार वास्ते सब कुछ ले लेने। उन्हें जाके राजे नूं मत्था टेकता भी महाराज मैं तो गरीब हाँ, कहते लै जा जो चाहिए। दिल दरिया सी राजा भरथरी। राजे माड़े ही बहुत होने, चंगे भी होए ने दुनिया च। हुण वो फल जाके जी राजे ने अपनी पत्नी नूं देता, पत्नी ने अपने होर जां मित्र नूं, उन्हें जां बेसवा नूं देता। वो बेसवा ने कहा मैं तो सारी उम्र पाप ही कीते है, तो ये खा के ही पाप ही करने, बादशाह नूं क्यों ना दईए, एडा धर्मात्मा है। प्रजा पालक है, प्रजा नाल न्याय करने वाले महाराजा रणजीत सिंह शेरे पंजाब वांगू, ते उन्होंने देना चाहिए। जदों भरथरी कोले मुड़ के केड़ा खा के फल आ गया, भरथरी ने मत्थे ते हत्थ मारे भी तो मेरे को ही गया, ये किवें आ गया। जद बेसवा नूं ताड़ ना कीती, उन्हें सारा कुछ दसता। उतों पता लग गया भी बह कबीर अपना कोई नहीं। कहत कबीर कोई नहीं तेरा, जिन्होंने मोह करदा ना तेरा कोई नहीं है। कहत कबीर कोई नहीं तेरा, हिरदे राम की ना जपे सवेरा। इतों बराग लग गया। फिर उन्हें कुछ सवैया होर भी बराग छत्तर विच गया। जागी रत मोतन माहे रतिना, भुवान पुवान के संगरति पुनता मन में घन का कर कीना। ते कह अवला प्रतिकंदर को और मोहित कार जो मार अधीना। इस रीत समूह की प्रीत तजी निरभोए जोगीश्वर ईश्वर चीना। ये वो भरथरी है जिहदा फिर गुरु नानक साहब नाल भी मिलाप होया। आखो सतनाम श्री वाहिगुरू। असल शांति फिर गुरु नानक दे दर्शन करके मिली। गुरबाणी च ओहदे परताया आउंदा, कह नानक सुन भरथर जोगी खीवा अमृत धारा। शैतान सिद्ध बड़े सी, पर गुरमुखां दे विच गिणती आई भरथरी दी। गुरमुखां दे विच आई गिणती गोपी चंद दी, क्योंकि सिद्धा ना गुरु नानक साहब की बड़ी चर्चा हुई जी। सुमेर पर्वत ते भी उत्थे चर्चा हुई, अचल बटाले विच भी चर्चा हुई, बहुत हम नानक मते विच भी चर्चा हुई।
ਤੇ ਭੰਗਰਨਾਥ ਵਰਗੇ ਸ਼ਰਾਰਤੀ ਵੀ ਸਨ ਤੇ ਭਰਤਰੀ ਵਰਗੇ ਗੁਰਮੁਖ ਵੀ ਸਨ। ਪਰ ਇੱਕ ਵਾਰੀ ਮਨ ਡੋਲ ਗਿਆ ਜੀ, ਬਾਸ਼ਨਾ ਦੇ ਵਿੱਚ ਮਨ ਖਚਤ, ਕਿਉਂਕਿ ਮਨ ਸ਼ੈਤਾਨ ਹੈ, ਇਹ किसी का साथ नहीं देता। गुरु अर्जन साहब ने ताहे किया, मन खोटार तेरा नहीं विश्वास, तू वहां उदमादा, खरका पैकर तो छुटा जो ऊपर लादा, ऐ मना तेरा भरोसा नहीं है, तू बड़ा उपद्रवी है। ते जिवें वो गधियां दा मालक गधे नूं पैखड़ ला के रखदा ना, उन्ना चिर पैखड़ नहीं खोलदा जिन्ना चिर उत्ते छट ना लद लवे, गून भार ना लद लवे। भी तू तो उस गधे वांगू चंचल है, ये नहीं पता। ताही गुरु नानक साहब ने कहा ना, मन, भरतरी जी ने भी वही कहा, मन रिप जीता सब रिप जीते, मन रिप जीता सब रिप जीते। गुरु नानक सच्चे पातशाह महाराज कहते ने, मन जीते जग जीत। जे मन जित लिया समझो संसार जित लिया। माफ करना, संसार जितना कोई औखा नहीं, बड़े बड़े राजा ने संसार जिते ने, विजयी होए ने बड़े बड़े जरनैल साडी धरती ते, पर मन जितने वाले तो कोई महापुरख बिरले होए है। राड़े वाले महापुरख की धारना पढ़ते होंगे, जिन्हें मन वैरी नूं जित्या जानो सारा जग जित्या। भरतरी जी कहते ने, मन रिप जीता सब रिप जीते। मन दुश्मन जित लिया, सारे दुश्मन जिते गए। मन रिप जीता, जे मन दुश्मन जीता जिਉਂਦਾ तो समझो सारे तेरे दुश्मन जिਉਂਦੇ है। साहिब श्री गुरु गोबिंद सिंह महाराज जी ने 10वें ग्रंथ विच पारसनाथ की कथा लिखी है जी। आ भाई साहब सोने बैठे ने, ज्ञानी गुरदेव सिंह जी बड़े चंगी, ये भी जथे च 10वां इन्होंने भी सुनिया पढ़िया कुछ। ज्ञानी जी तो 10वां पढ़े भी सी, पढ़ाते भी सी। जथे च महापुरख 10वां भी पढ़ाते, अज 10वां नूं माड़ा कहने वाले बड़े है जी। जां माड़ा वो कहते हैं जिन्होंने 10वां बारे ज्ञान नहीं, जां माड़ा वो कहते हैं जिहड़े शरारती ने। दो ही गल्लां हो सकदियां, पर 10वें दे विच महाराज ने जो कहा बड़ा कुछ कहा। जाप साहब पढ़ो, अकाल उस्तत पढ़ो, 33 सवैये पढ़ो, ते जिन्नी परमात्मा की वडियाई की है। कनेडा मनुख सिंह कहना जी, कहना ये तो विष्णु शिव जी की कथा लिखी है। मैं कहा वो तो ये तो सानू समझाने वास्ते लिखी है। गुरु गोबिंद सिंह महाराज नाल प्रमाण भी दिता है। ये मैं कोई पुजारी पूजा करने वास्ते नहीं लिखी। 10वें कथा भगवत की भाखा करी बनाए, अवर वासना ना है प्रभ धर्म युद्ध के चाहे। उन्होंने सूरमिया दी गाथावां भी लिखिया ने, इन्होंने धर्म दे विच भी ते सूरमताई विच भी पक्का करना है। तो मैं कहा भी 10वें पातशाह का यह भी लिखिया, मैं ना कलेसा प्रथम बनाऊं किसन बिसन कबू ना था। गुरु गोबिंद सिंह महाराज इतों तक भी किया बाणी च शब्द कहे ने कि मैं परमेश्वर तो बिना किसी को नहीं जानता है, मैं उसको जानना बस, बाकी तो सब वो ये शक्तियां ने, छोटिया छोटिया पावरां ने। बिन करतार ना कीर्तन मानो, आद अजोन अजय अविनाशी ते परमेश्वर जानो। ये 10वें जी महाराज ने कहा। बिना करतार तो 10वें पातशाह कहने मैं नहीं मानता। ये कीर्तन विच ही आ गए जी देवते। कीर्तन संसार नूं कहने ना, संसार की किरत विच ही ब्रह्मा विष्णु शिव जी आ गए। जिवें बाणी च महाराज ने कहा, कोट ब्रह्मे जग साजण लाए, कोट में सो पाए खपाए, कोट जोगीश्वर करते जोगा, कोट भुगीश्वर भोगा भोगा, कट कट वसा जाना थोड़ा, है कोई साजन जन परदा थोड़ा। 10वें पातशाह गुरु गोबिंद सिंह महाराज ने फिर ये भी किया है, एक शिव गए एक फिर पे, रामचंद्र कृष्ण के अवतार भी अनेक हैं। मोंदी मंदार के थे, अंसा अवतार के थे, सिमरत समूह में होए बताए हैं। ये बड़ा कुछ होया जी। पर परमेश्वर एक है, वो दूजा नहीं। महाराज जपो ताए को नामा अवर निराफल कामा। गुरु गोबिंद सिंह महाराज ने एक नाल सानू जोड़िया, एक दी पूजा करने वास्ते आखिया। पारसनाथ की कथा जिथे 24 विष्णु के अवतारां की कथा, उत्थे 11 शिवजियां की अवतार कथा, 8 ब्रह्मियां की कथा, पारसनाथ की कथा भी, अवतार भी सी राजा भी सी।
ਇਹਨੇ ਸਾਰੇ ਕਹਿੰਦੇ ਨੇ ਜਿਤਲੇ ਬੜੇ ਬੜੇ ਸੂਰਮੇ ਸਾਰੇ ਰਾਜਾ ਸੀ ਤੇ ਅਵਤਾਰੀ ਸ਼ਕਤੀ ਵੀ ਕੋਲ ਸੀ, ਦੋ ਪਾਵਰਾਂ ਸੀ ਨਾ। ਹੁਣ ਸਾਰਿਆਂ ਨੂੰ ਜਿੱਤ ਕੇ ਕੈਦ ਕਰ ਲਿਆ, ਮੂਹਰੇ ਬਿਠਾ ਲਏ, ਦੀਵਾਨ ਲਾ ਲਿਆ ਵੀ ਮੈਂ ਸਭ ਨੂੰ ਜਿੱਤ ਲਿਆ, ਵੀ ਕੋਈ ਹੈ ਐਸਾ ਜਿਹਨੂੰ ਨਹੀਂ ਜਿੱਤਿਆ ਗਿਆ। ਇਹ ਕੈਦੀ ਵਿੱਚੋਂ ਕੈਦੀਆਂ ਚੋਂ ਕੈਦੀ ਸਿਆਣਾ ਉੱਠ ਕੇ ਕਹਿਣ ਲੱਗਿਆ, ਹਾਂ ਜੀ ਜੇ ਮੇਰੀ ਸਜ਼ਾ ਮਾਫ ਹੋਵੇ ਤਾਂ ਮੈਂ ਦੱਸ ਸਕਦਾ, ਅਜੇ ਤਾਂ ਦੁਸ਼ਮਣ ਤਾਂ ਜਿੱਤਿਆ ਹੀ ਨਹੀਂ ਗਿਆ ਜਿਹੜਾ ਹੈਗਾ, ਇਹ ਤਾਂ ਐਵੇਂ ਨਤੀਆ ਫਤੀਆ ਹੀ ਫੜੇ ਨੇ। ਭਾਈ ਸਾਹਿਬ ਜੀ ਨੂੰ ਪਤਾ ਸਾਡਾ ਫੌਜੀ ਹੁੰਦਾ, ਤਲਵੰਡੀ ਰਹਿੰਦਾ ਹੁੰਦਾ, ਉਹ ਕਹਿੰਦਾ ਨਤੀਆ ਫਤੀਆ ਕੇ ਸਾਥ ਬਾਤ ਨਹੀਂ ਕਰੂੰਗਾ। ਪਾਰਸਨਾਥ ਨੂੰ ਕਹਿਣ ਲੱਗਾ ਕੈਦੀ, ਕਹਿੰਦਾ ਇਹ ਤਾਂ ਨਤੀਆ ਫਤੀਆ ਹੀ ਜਿੱਤੇ ਨੇ, ਦੁਸ਼ਮਣ ਤਾਂ ਤੇਰੇ ਕਮਾਂਡ ਜੀ ਹੈ, ਤੇਰੇ ਕੋਲ ਹੀ ਹੈ। ਉਹ ਕਹਿਣ ਲੱਗਾ ਫਿਰ ਉਹ ਦੁਸ਼ਮਣ ਨੂੰ ਕੌਣ ਹੈ, ਉਹਦੇ ਬਾਰੇ ਕਹਿਣ ਲੱਗੇ ਵੀ ਉਹਦੇ ਬਾਰੇ ਤਾਂ ਹੁਣ ਮਛੰਦਰ ਨਾਥ ਦੱਸੇਗਾ। ਮਛੰਦਰ ਨਾਥ ਚਲੋ ਭਾਲਿਆ, ਮਛੰਦਰ ਨਾਥ ਨੇ ਆਖਿਆ ਤੂੰ ਪਾਰਸਨਾਥ ਹੈ ਕਿ ਹਾਂਜੀ, ਫਿਰ ਤਾਂ ਦੁਸ਼ਮਣ ਦਾ ਤੇਰੇ ਨਾਲ ਹੀ ਰਹਿੰਦਾ, ਇਹ ਤਾਂ ਕਦੇ ਤੇ ਵੱਖ ਹੀ ਨਹੀਂ ਹੋਇਆ, ਇਹ ਤਾਂ ਤੈਨੂੰ ਕੰਨ ਫੜ ਕੇ ਤੋਰ ਹੀ ਫਿਰਦਾ, ਇਹ ਤਾਂ ਤੇਰਾ ਕੰਨ ਫੜ ਕੇ ਜਿਵੇਂ ਮਾਈਆਂ ਨਾ ਬੱਚੇ ਦਾ ਕੰਨ ਜਾਂ ਹੱਥ ਫੜ ਕੇ ਜਿੱਧਰ ਨੂੰ ਜੀ ਕਰੇ ਖਿੱਚ ਲੈਂਦੀਆਂ, ਇਵੇਂ ਤੈਨੂੰ ਤੋਰੀ ਫਿਰਦਾ ਹੈ ਇਹ ਮਨ, ਇਹ ਸ਼ੈਤਾਨ ਹੈ। ਅਨਾਥਪੁਰੀ ਜੀ ਨੇ ਇਸੇ ਬਾਰੇ ਕਿਹਾ ਨਾ, ਚਲ ਦਲ ਪੱਤਰ ਪਤਾ ਕਪਟ ਧੰਮਨ ਕੱਛਪ ਮਾਥ, ਭੂਤ ਦੀਪ ਦੀਪਕ ਸਿਖਾ ਤਿਉ ਮਨ ਬ੍ਰਿਤ ਅਨਾਥ। 10 ਗੱਲਾਂ ਚੰਚਲ ਦੱਸੀਆਂ ਉਹਨਾਂ ਨੇ, ਚਲ ਦਲ ਪੱਤਰ ਆ ਪਿੱਪਲ ਦਾ ਪੱਤਰ, ਪਤਾਕ ਪਟ ਝੰਡੀ ਦਾ ਫਰਲੇ ਦਾ ਬੂਰਾ ਕੱਪੜਾ, ਦਾਮਨ ਬਿਜਲੀ ਆ ਜਿਹੜੀ ਬੱਦਲਾਂ 'ਚ ਲਿਸ਼ਕਦੀ ਹੈ, ਕੱਛੂ ਦੀ ਸਿਰੀ, ਭੂਤਾਂ ਦੀ ਅੱਗ ਹੁੰਦੀ ਆਂਦੀ ਭਾਵੇਂ ਹੈਗੇ ਨਹੀਂ, ਪਰ ਲੋਕ ਕਹਿੰਦੇ ਹੁੰਦੇ ਭੂਤਾਂ ਦੀ ਅੱਗ ਦੇਖੀ ਫਲਾਣੇ ਨੇ। ਭੂਤ ਦੀਪਕ ਸਿਖਾ, ਪੁਰਾਣੇ ਜਮਾਨੇ ਬਜ਼ੁਰਗਾਂ ਨੂੰ ਪਤਾ, ਪਰ ਦੀਵੇ ਜਗਾਉਂਦੇ ਹੁੰਦੇ ਜੀ, ਉਹਦੀ ਉੱਪਰ ਨੂੰ ਟੀਸੀ ਲਾਟ ਉਹ ਵੀ ਹਿਲਦੀ ਰਹਿੰਦੀ। ਇਹ ਸਾਰੀਆਂ ਚੰਚਲ ਚੀਜ਼ਾਂ ਨੇ। ਰਾਜ ਜੀ ਕਹਿੰਦੇ ਇਉਂ ਮਨ ਚੰਚਲ ਹੈ, ਤਾਂ ਹੀ ਗੁਰੂ ਅਮਰਦਾਸ ਸਾਹਿਬ ਨੇ ਕਹਿੰਦੇ ਨੇ ਇਹ ਮਨ ਚੰਚਲਾ ਚਤਰਾਈ ਕਿਨੇ ਨਾ ਪਾਇਆ, ਚਤਰਾਈ ਨਾ ਪਾਇਆ, ਚਤਰਾਈ ਨਾ ਪਾਇਆ ਕਿਨੇ, ਤੂੰ ਸੁਣ ਮਨ ਮੇਰਿਆ, ਚਤਰਾਈ ਨਾ ਨਹੀਂ ਰੱਬ ਮਿਲਦਾ, ਚਤਰਾਈ ਨਾ ਚਤਰ ਭੁਜ ਪਾਇਆ, ਭੋਲੇ ਪਾਏ ਮਿਲੇ ਰਗ ਰਾਜਾ। ਚਤਰਾਈ ਨਾਲ ਤਾਂ ਨਹੀਂ ਮਿਲਿਆ ਕਿਸੇ ਨੇ ਰੱਬ ਪਾਇਆ, ਨਾ ਕਿਸੇ ਨੇ ਧਨ ਨਾਲ ਪਾਇਆ, ਨਾ ਕਿਸੇ ਨੇ ਅਕਲ ਨਾਲ ਪਾਇਆ, ਜਿਹਨੇ ਪਾਇਆ ਉਹਨੇ ਭਾਵਨਾ ਨਾਲ ਪਾਇਆ। ਸਾਚ ਕਹੋ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਆ ਕਹੋ ਨਾ, ਸਾਚ ਕਹੋ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿਨ੍ਹਾਂ ਨੇ ਪ੍ਰੇਮ ਕੀਤਾ, ਨਾ ਉਹਨੇ ਗਰੀਬ ਦੇਖਿਆ, ਨਾ ਅਮੀਰ ਦੇਖਿਆ, ਨਾ ਤਕੜਾ ਦੇਖਿਆ, ਨਾ ਮਾੜਾ ਦੇਖਿਆ, ਪ੍ਰੇਮ ਦੇਖਿਆ, ਉਹਦਾ ਪ੍ਰੇਮ ਦਾ ਸੌਦਾ ਕਰਦਾ ਹੈ। ਨਾਮਦੇਵ ਦੀ ਛਪਰੀ ਬੰਨਦੀ ਰੱਬ ਨੇ, ਚਲੋ ਸਾਖੀ ਤਾਂ ਕਾਫੀ ਲੰਮੀ ਚੌੜੀ ਆ। ਹੁਣ ਗਵਾਂਢਣ ਪੁੱਛਦੇ ਆ ਵੀ ਆਹ ਛਪਰੀ ਬੜੀ ਸੋਹਣੀ ਬੰਨੀ ਆ, ਮਿਸਤਰੀ ਬੜਾ ਸੋਹਣਾ ਆਇਆ ਤੇਰੇ ਕੋਲ, ਮੈਂ ਵੀ ਬਣਾਣਾ। ਨਾਮਦੇਵ ਕਹਿੰਦਾ ਇਹ ਸਾਰਿਆਂ ਦੀ ਛਪਰੀ ਨਹੀਂ ਬੰਨਦਾ। ਉਹ ਕਹਿੰਦੀ ਕਿਉਂ ਨਹੀਂ ਬੰਨਦਾ, ਤੂੰ ਗਰੀਬ ਬੰਦਾ, ਮੇਰੇ ਕੋਲ ਪੈਸਾ ਬਥੇਰਾ, ਮੈਂ ਤਾਂ ਤੇਰੇ ਤੋਂ ਦੁੱਗਣੀ ਮਜ਼ਦੂਰੀ ਦੇ ਦੂੰ। ਆਪਾਂ ਕਹਿੰਦੇ ਆ ਵੀ ਫਲਾਣਾ ਬੰਦਾ ਦਿਹਾੜੀ ਤੇ ਜੋ ਉਧਰ ਗਿਆ, ਆਪਾਂ ਉਹ ਤੋਂ ਦੁੱਗਣੇ ਪੈਸੇ ਦੇ ਕੇ ਉਹਨੂੰ ਲੈ ਲਓ, ਇਹ ਕਿਹੜੀ ਗੱਲਾਂ ਚੋਂ ਗੱਲ ਹੈ। ਨਾਮਦੇਵ ਕਹਿੰਦਾ ਹੱਸ ਕੇ, ਕਹਿੰਦਾ ਜੇ ਉਹ ਆਏ ਦੁੱਗਣੀ ਮਜ਼ਦੂਰੀ ਨਾਲ ਆਉਂਦਾ ਨਾ, ਫਿਰ ਤਾਂ ਅਮੀਰ ਲੈ ਜਾਂਦੇ, ਆਖੋ ਸਤਨਾਮ, ਫਿਰ ਤਾਂ ਅਮੀਰ ਲੈ ਜਾਂਦੇ, ਫਿਰ ਗਰੀਬਾਂ ਦੇ ਨਹੀਂ ਪੱਲੇ ਪੈਣ ਸੀ। ਜੇ ਹੁਣ ਰਾਜੇ ਲੋਕ ਲੀਡਰ ਲੋਕ ਅਮੀਰਾਂ ਦੀ ਨਾ, ਗਰੀਬਾਂ ਦਾ ਹੈ ਨਹੀਂ। ਗਰੀਬ ਤਾਂ ਵਿਚਾਰੇ ਭੁੱਖੇ ਮਰਦੇ, ਇੰਡੀਆ ਜਾ ਕੇ ਦੇਖ ਲਓ, ਅਮੀਰ ਲੁੱਟ ਰਹੇ ਨੇ ਅਜੇ ਵੀ। ਉਹ ਕਹਿੰਦੇ ਨੇ ਉਹ ਜਿਹੜਾ ਨਾ ਬੇਢੀ ਪ੍ਰੀਤ ਮਜੂਰੀ ਮੰਗੇ, ਜੋ ਕੋ ਸ਼ਾਨ ਸਵਾਬ ਹੈ, ਲੋਕ ਕੁਟੰਬ ਸਭੇ ਤੇ ਤੋਰੇ, ਉਹਦਾ ਸਭ ਨੂੰ ਤੋੜ ਕੇ ਰੱਖਦਾ। ਉਹ ਕਹਿੰਦਾ ਜਾਂ ਜੱਗ ਰੱਖ ਲੈ ਜਾਂ ਮੈਨੂੰ ਰੱਖ ਲੈ, ਜਾਂ ਸੰਸਾਰ ਰਹੇਗਾ ਜਾਂ ਨਿਰੰਕਾਰ ਰਹੇਗਾ। ਇਹ ਹੁਣ ਮਰਜ਼ੀ ਤੇਰੀ ਹੈ, ਸੰਸਾਰ ਰੱਖਣਾ ਕਿ ਨਿਰੰਕਾਰ ਰੱਖਣਾ। ਲੋਕ ਕੁਟੰਬ ਸਭੇ ਤੇ ਤੋਰੇ, ਤੋ ਆਪਨ ਬੇਢੀ ਆਵੇ ਫੇਰ ਆਉਂਦਾ। ਉਹ ਐਸਾ ਹੈ, ਪ੍ਰੇਮ ਦੇ ਵਸ ਵਿੱਚ ਆਉਂਦਾ ਹੈ। ਕਹਿੰਦੇ ਪਾਰਸਨਾਥ ਨੇ ਜਦੋਂ ਉਹਨੂੰ ਦੱਸਿਆ, ਪੁੱਛਦੇ ਵੀ ਤੇਰਾ ਮਨ ਦੁਸ਼ਮਣ ਵੱਡਾ ਹੈ,
ਹੁਣ ਮਨ ਨੂੰ ਕਿਵੇਂ ਕਾਬੂ ਕਰੇ, ਬੜੇ ਯਤਨ ਕੀਤੇ ਜੀ। ਦਸਮ ਵਿੱਚ ਦਸਵੇਂ ਪਾਤਸ਼ਾਹ ਨੇ ਕਿਹਾ ਵੀ 32 ਸਾਲ ਦੀ ਉਮਰ ਸੀ, ਮਨ ਨਹੀਂ ਕਾਬੂ ਹੋਇਆ, ਦੁਖੀ ਹੋ ਗਿਆ, ਚਿਖਾ ਬਣਾ ਕੇ ਅੱਗ ਲਾ ਕੇ ਜਿਉਂਦਾ ਛੜ ਗਿਆ। ਪਾਰਸਨਾਥ ਮੌਕੇ ਦਾ ਅਵਤਾਰ ਸੀ। ਭਰਤਰੀ ਜੀ ਨਾਲ ਵੀ ਐਸਾ ਹੀ ਸਮਾਂ ਵਾਪਰਿਆ। ਕਹਿੰਦੇ ਨੇ ਤੁਰਿਆ ਜਾਂਦਾ ਰਾਤ ਨੂੰ, ਜੋਗੀ ਬਣਿਆ, ਕੰਨ 'ਚ ਮੁੰਦਰ ਪਾਈ ਹੈ, ਚੰਦ ਚਾਨਣੀ ਰਾਤ ਹੈ, ਕਿਸੇ ਨੇ ਪਾਨ ਚੱਪ ਕੇ ਥੁੱਕਤਾ, ਮਨ 'ਚ ਦੇਖਿਆ ਵੀ ਚਮਕਦਾ ਹੈ, ਇਹ ਲਾਲ ਹੋਵੇਗਾ। ਲਾਲ ਸਮਝ ਕੇ ਹੱਥ ਮਾਰਿਆ, ਪੀਕ ਨਾਲ ਲਿਬੜ ਗਿਆ ਹੱਥ। ਉਹ ਤਾਂ ਪਾਨ ਸੀ, ਗੰਧ ਸੀ, ਗੰਧ ਵਿੱਚ ਹੱਥ ਲਿਬੜ ਗਿਆ। ਮਨ ਨੂੰ ਤਰਕਾਰਾਂ ਪਾਉਂਦਾ ਹੈ, ਐ ਮਨਾ ਕਿੰਨੇ ਲਾਲ ਛੱਡ ਕੇ ਆਇਆ, ਫਿੱਟੇ ਮੂੰਹ ਤੇਰਾ, ਤੂੰ ਫਿਰ ਵੀ ਉਸੇ ਰਾਹ ਤੁਰਿਆ ਫਿਰਦਾ, ਅਜੇ ਤੈਨੂੰ ਕੋਈ ਅਕਲ ਨਹੀਂ ਆਈ। ਉਹ ਕਹਿੰਦੇ ਨੇ ਰਤਨ ਜੜਤ ਮੰਦਰ ਤਜੇ ਅਰ ਸਖੀਨ ਕੇ ਸਾਚ, ਰੇ ਮਨ ਤੋਖੇ ਲਾਲ ਕੇ ਦਿਓ ਪੀਕ ਮੈਂ ਹਾਥ। ਰਤਨ ਜੜਤ ਤੇਰੇ ਕੋਲੇ ਮੰਦਰ, ਸੋਨੇ ਦੇ ਮੰਦਰ, ਬਾਦਸ਼ਾਹ ਸੀ। ਰਤਨਾਂ ਦੇ ਜੜਤ ਪਲੰਗ ਸੀ ਤੇਰੇ ਕੋਲੇ, ਖਜ਼ਾਨੇ ਤੇਰੇ ਰਤਨੇ ਹੀਰੇ ਜਵਾਹਰਾਤਾਂ ਨੇ ਭਰੇ ਸੀ। ਅੱਜ ਤੂੰ ਇੱਕ ਲਾਲ ਬਦਲਿਆ, ਪੀਕ ਨਾਲ ਹੱਥ ਭਰ ਲਿਆ, ਮਨ ਖੁਦ ਹਰ ਤੇਰਾ ਨਹੀਂ ਵਿਸ਼ਵਾਸ। ਕਹਿੰਦੇ ਨੇ ਚਲੋ ਹੁਣ ਆਪਣਾ ਰਾਜ ਹੀ ਭਾਗ ਸਾਹਮਣੇ ਆ। ਹੁਣ ਤੁਰਿਆ ਆਉਂਦਾ, ਕਹਿੰਦੇ ਰਾਹ 'ਚ ਕਿਤੇ ਬੁਜਰਾ ਲੱਗਿਆ ਸੀ, ਵੀ ਆਹ ਵੀ ਦੇਖ ਚੱਲਦੇ ਆ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਗਾਵਨ ਹਾਰੀ ਗਾਵੇ ਗੀਤ, ਸੇ ਉਧਰੇ ਬਸੇ ਜਨਚੀਤ। ਬਾਣੀ ਰਾਗੀ ਸਿੰਘ ਗਾ ਰਹੇ ਨੇ, ਪਰ ਜੇ ਕਿਸੇ ਗੁਰਮੁਖ ਦੇ ਕੰਨ ਵਿੱਚ ਇੱਕ ਸ਼ਬਦ ਪੈ ਜਾਏ ਨਾ, ਇੱਕ ਸ਼ਬਦ ਵੀ ਹਿਰਦੇ 'ਚ ਵੱਜ ਜਾਏ, ਤਾਂ ਵੀ ਪਾਰਾ ਉਤਾਰਾ ਹੋ ਜਾਂਦਾ ਹੈ। ਕਿਨਕਾ ਇੱਕ ਜੀ ਬਸਾਵੇ, ਕਿਨਕਾ ਇੱਕ ਜਿਸ ਜੀ ਬਸਾਵੇ, ਤਾਂ ਕਿ ਮਹਿਮਾ ਗਣੀ ਨਾ, ਕਾਂਕੀ ਇੱਕ ਹੈ ਦਰਸ ਤੋਹਾਰੋ, ਦਾਨ ਕੁਲ ਸੰਗ ਮੋਹਿ ਉਦਾਰ। ਉਹਨਾਂ ਦਾ ਸੰਗ ਦੇ ਮਹਾਰਾਜ, ਜਿਨ੍ਹਾਂ ਦੇ ਕਿਣਕਾ ਵੀ ਵਸ ਗਿਆ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਏਕ ਚਿੱਤ ਜਿਨ ਇੱਕ ਸ਼ਬਦ ਤੇ ਆਇਓ, ਕਾਲ ਫਾਸ ਕੇ ਬੀਚ ਨਾ। ਹੁਣ ਜਾਂਦਾ ਤੁਰਿਆ, ਕਹਿੰਦੇ ਗਾਉਣ ਵਾਲਾ ਲੱਗਿਆ, ਰਾਜਾ ਸੂਮ ਹੈ, ਅੱਧੀ ਰਾਤ ਬੀਤ ਗਈ, ਵੀ ਥੱਕ ਵੀ ਗਿਆ ਗਾਉਣ ਵਾਲਾ ਵੀ, ਹੁਣ ਇਹ ਦਿੰਦਾ ਲੈਂਦਾ ਤਾਂ ਕੁਛ ਹੈ ਹੀ ਨਹੀਂ। ਉਹ ਹੁਣ ਗਾਉਣ ਵਾਲਾ ਵਜਾਉਣ ਵਾਲੇ ਨੂੰ ਕਹਿੰਦਾ, ਇਸ ਰਾਜਨ ਕੀ ਮੈਂ ਫਲ ਵਿਖੇ ਤਨ ਬਾਹਰ ਨਾ ਪਾਏ, ਗਾਇਕਾ ਕਾ ਵਾਇਕਾ ਮਦਰ ਮਦਰ ਤੋਂ ਨਵਾਏ। ਇਹਨੂੰ ਸੁਰ ਨੂੰ ਨਹੀਂ ਵੀ ਕਰ ਲੈ, ਇੱਥੇ ਇਹ ਗਾਹਕ ਨਹੀਂ ਹੈਗਾ ਆਪਣੇ ਸੌਦੇ ਦਾ। ਹੁਣ ਉਹ ਵਜਾਉਣ ਵਾਲਾ ਕਹਿਣ ਲੱਗਿਆ ਵੀ ਹੁਣ ਰਾਤ ਤਾਂ ਬਹੁਤ ਹੀ ਲੰਘ ਗਈ, ਹੁਣ ਤਾਂ ਥੋੜੀ ਰਹਿ ਗਈ। ਰਾਗੀ ਸਿੰਘਾਂ ਨੂੰ ਪਤਾ ਜੇ ਉੱਚੀ ਸੁਰ ਚ ਗਾ ਕੇ ਮੁੜ ਕੇ ਨੀਵੀਂ ਚ ਗਾਓ ਨਾ, ਫਿਰ ਰਸ ਨਹੀਂ ਬਣਦਾ। ਉਹ ਕਹਿੰਦਾ ਹੁਣ ਰਸ ਕਾਹਨੂੰ ਖਰਾਬ ਕਰਨਾ, ਐਵੇਂ ਹੀ ਲੰਘਾ ਦੇ। ਫਿਰ ਐਸਾ ਉਹ ਸ਼ਬਦ ਦਾ ਕਈਆਂ ਤੇ ਅਸਰ ਹੋਇਆ, ਤੇ ਰਾਣੀ ਰਾਜੇ ਦੀ ਲੜਕੀ ਰਾਜਕੁਮਾਰੀ ਨੇ ਆਪਣਾ ਹਾਰ ਲਾ ਕੇ ਗਾਉਣ ਵਾਲੇ ਨੂੰ ਦੇ ਦਿੱਤਾ ਸੀ। ਰਾਜਕੁਮਾਰ ਨੇ 1000 ਰੁਪਇਆ ਕੋਲ ਸੀ, ਉਹ ਦੇਤਾ। ਭਰਤਰੀ ਕੋਲੇ ਗੋਦੜੀ ਸੀ, ਉਹ ਦੇਤੀ। ਸ਼ਬਦ ਇੱਕੋ ਹੀ ਸੀ, ਬਹੁ ਬੀਤੀ ਥੋਰੀ ਰੀ ਥੋਰੀ ਪੀ ਪੁੰਜਾਏ। ਭਰਤਰੀ ਦੇ ਮਨ ਵਿੱਚ ਖਿਆਲ ਆਇਆ, ਉਹ ਮੂਰਖਾ, ਉਮਰ ਤਾਂ ਸਾਰੀ ਲੰਘੀ, ਥੋੜੀ ਜੀ ਰਹਿ ਗਈ। ਪਹਿਲਾਂ ਤੂੰ ਰਾਜ ਦੇ ਕੇ ਹੁਣ ਲੈਣ ਚੱਲੇ ਆ, ਹੁਣ ਥੁੱਕੇ ਚੱਟੇਗਾ। ਰਾਜੇ ਨੂੰ ਮਾਰਨ ਵਾਸਤੇ ਪੁੱਤਰ ਨੇ ਗੰਡਾਸਾ ਤਿਆਰ ਕੀਤਾ ਸੀ। ਉਹਨੇ ਕਿਹਾ ਉਮਰ ਤਾਂ ਥੋੜੀ ਜਿਹੀ ਪਿਆ ਰਹਿ ਗਈ ਪਿਓ ਦੀ, ਹੁਣ ਕਿਉਂ ਕਲੰਕ ਲਾਉਣਾ। ਇਸੇ ਤਰ੍ਹਾਂ ਰਾਜਕੁਮਾਰੀ ਦਾ ਤਿੰਨਾਂ ਜਾਣਿਆਂ ਨੂੰ ਇੱਕ ਸ਼ਬਦ ਤੋਂ ਗਿਆਨ ਹੋ ਗਿਆ। ਰਾਜੇ ਨੇ ਸਵੇਰੇ ਸਭਾ 'ਚ ਭਰਤਰੀ ਨੂੰ ਬੁਲਾਇਆ, ਤੂੰ ਕਿਉਂ ਦਿੱਤਾ? ਕਹਿੰਦਾ ਜੀ ਮੈਨੂੰ ਤਾਂ ਗਿਆਨ ਮਿਲ ਗਿਆ। ਗਿਆਨ ਕਿਤੋਂ? ਗੁਰੂ ਦੀ ਕਿਰਪਾ ਨਾਲ ਮਿਲ ਜਾਂਦਾ ਹੈ। ਤੇ ਪੁੱਤਰ ਨੂੰ ਪੁੱਛਿਆ ਵੀ ਮੈਨੂੰ ਵੀ ਗਿਆਨ ਮਿਲ ਗਿਆ, ਮੈਂ ਤੇਰਾ ਘਾਟਾ ਲਾਉਣ ਨੂੰ ਤਿਆਰ ਸੀ, ਪਰ ਇਹਨਾਂ ਤੋਂ ਗਿਆਨ ਮਿਲ ਗਿਆ ਵੀ ਤੂੰ ਹੁਣ ਮਰ ਹੀ ਜਾਣਾ ਹੈ। ਰਾਜੇ ਨੂੰ ਵੀ ਗਿਆਨ ਹੋ ਗਿਆ। ਰਾਜਕੁਮਾਰ ਨੂੰ ਰਾਜ ਦੇਤਾ, ਬੇਟੀ ਦੀ ਸ਼ਾਦੀ ਕਰਦੀ ਤੇ ਆਪ ਸਿਮਰਨ ਬੰਦਗੀ ਕਰਨ ਜੰਗਲ ਨੂੰ ਚਲੇ ਗਿਆ। ਗਾਵਨ ਹਾਰੀ ਗਾਵੇ ਗੀਤ, ਸੇ ਉਧਰੇ ਬਸਾਂ ਜਾ ਚੀਤ। ਗੁਰਮੁਖੋ ਉਹ ਉਧਰ ਦਾ ਮਹਾਰਾਜ ਕਹਿੰਦੇ ਜੇ ਚਿੱਤ ਵਿੱਚ ਜਾਵੇ। ਕੋਈ ਗਾਵੇ ਕੋ ਸੁਣੇ ਹਰਨਾਮਾ ਚਿਤ ਲਾਏ, ਕਹੋ ਕਬੀਰ ਸੰਸਾ ਨਹੀਂ ਅੰਤ ਪਰਮਗਤ ਪਾਏ। ਸੰਗਤ ਵਿੱਚ ਆਉਣਾ ਹੈ ਔਰ ਧਿਆਨ ਨਾਲ ਸ਼ਬਦ ਸੁਣਨਾ ਹੈ ਔਰ ਯਤਨ ਕਰਨਾ ਸ਼ਬਦ ਨੂੰ ਹਿਰਦੇ ਵਿੱਚ ਵਸਾਉਣ ਦਾ। ਜਦ ਹਿਰਦੇ ਵਿੱਚ ਵਸੇਗਾ ਫਿਰ ਸਾਡਾ ਜੀਵਨ ਸੌਰ ਜਾਏਗਾ। ਸਾਧ ਸੰਗਤ ਜੀ, ਅੱਜ ਦਾ ਇਹ ਸਮਾਗਮ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੀਮਾਨ ਗਿਆਨੀ ਗੁਰਦੇਵ ਸਿੰਘ ਜੀ, ਜਿਹਨਾਂ ਨੂੰ ਮਨਾਉਣ ਵਾਲੇ ਕਹਿੰਦੇ ਆ, ਵੱਡੇ ਮਹਾਂਪੁਰਖਾਂ ਦੇ ਵਿਦਿਆਰਥੀ। ਕੱਲ੍ਹ ਨੂੰ ਉਹਨਾਂ ਦੇ ਜੀਵਨ ਤੇ ਆਪਾਂ ਕੋਈ ਗੱਲਾਂ ਕਰਾਂਗੇ।
ਅੱਜ ਵੀ ਇਹ ਦੀਵਾਨ ਭਾਈ ਸਾਹਿਬ ਸਿੰਘ जी ਕਹਿੰਦੇ ਇਹ ਉਹਨਾਂ ਦੀ ਯਾਦ शुरू ਕੀਤਾ है। उन्होंने सारी जिंदगी बच्चों को विद्या पढ़ाई और नाम जपन लाया, बच्चे बच्चियां उस राह तोरिया। तो मैं कहना भी उन्होंने बकारा ते फतेह पाई हुई सी। मैं उत्ते कह के उत्ते करीब नवाज भी ना उन्होंने अंदर हंकार सी, ना उन्होंने क्रोध सी, लोभ तो है ही नहीं सी। फतेह पाई सी, जितया होया सी उन्होंने सब कासे नूं। तकरीबन मान के चलो भी मैं 30-32 साल तो मैं देखता सी उन्होंने इत्थे पढ़ाउंदे, सारे थां कथा दा पाठ भी करते। उन्हां महापुरखां दी यादगार मनाउणी है। कल दे श्री अखंड पाठ साहब ने कल भोग पैणगे, भोग तो बाद ही भी दीवान होणगे। अज भी दीवान इस संबंध विच है और साडे कोल हजूरी रागी दरबार साहिब दे धन गुरु रामदास साहब दे चरणों चों पहुंचे हुए ने, जिन्हां ने आपां नूं कीर्तन भी सरवण कराउणा है। आपां लाहे लईए। कथा कीर्तन सुखदाई हुंदा है। कीर्तन सुनो, कथा सुनो, विचार सुनो और गुरु दे नाल सुरत जोड़न दा यतन करो। कल दे दीवान विच फिर हाजरियां भरांगे। इन्नियां गलतियां बेनतियां प्रवान करनियां। सारी संगत दा धन्नवाद। धन गुरु ग्रंथ साहब महाराज जी दा रोम रोम शुक्र। सारी संगत गज वज के फतेह बुलावो जी। प्यार नाल आखो वाहिगुरू जी का खालसा, वाहिगुरू जी की फतेह। वाहिगुरू जी का खालसा, वाहिगुरू जी की फतेह। गुरु प्यारे साध संगत जीओ, आप जिहां नूं भाई इंद्रजीत सिंह जी गुरबाणी चार गुरु इतिहास नाल जोड़ना करे सन। आओ हुण आप जिहां नूं गुरबाणी दा आनंदमई रब्बी बाणी दे शब्द कीर्तन सत्कारयोग भाई बलिंदर सिंह जी लोपोके हजूरी रागी सचखंड श्री दरबार साहब वाले 8:30 बजे तक शब्द कीर्तन नाल जोड़ना करेंगे। उपरंत नाल ही आनंद साहब जी दे गायन करदियां होइयां सतगुरां दे चरनां च अरदास बेनती जोदड़ी की जानी है। वाहिगुरू जी का खालसा, वाहिगुरू जी की फतेह। वाहिगुरू वाहिगुरू वाहिगुरू। वाहिगुरू 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 वाहिगुरू। जो जाने तिस सदा सुख होए, आप मिलाए लय प्रभ सोए। ओ धनवंत कुलवंत पतवंत, जीवन मुक्त जिस हृदय भगवंत। तन 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 जन आया,
धन 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 जन आया जिस प्रसाद सब जगत तराया। जन आमन का है सुभाव, जन के संग चित आवे ना। आप मुक्त मुक्त करे संसार। आप मुक्त मुक्त करे संसार। नानक तिस जन को सदा नमस्कार। कबीर सेवा को दोए भले। एक संत एक राम, राम जो दाता राम जो दाता मुक्त को। संत जपावै नाम, संत जपावै नाम, जपावै नाम, जपावै नाम। निमानियों के मान गुरु, नितानियों के तान। ने ओटियों की ओट, ने आसरियों के आसरा। तन तन श्री गुरु ग्रंथ साहिब जी, गुरु गरीब नवाज, गरीब नवाज, गरीब नवाज, गरीब नवाज। तू तू करता तू हुआ कबीर। तू तू करता तू हुआ, तू तू करता तू हुआ कबीर। तू तू करता तू हुआ। तू तू करता तू हुआ कबीर। तू तू करता तू हुआ। मुझ में रहा ना हूँ, मुझ में रहा ना हूँ। तू तू करता तू हुआ कबीर। तू तू करता तू हुआ। जब आपा पर का मिट गया, जब आपा पर का मिट गया। जत देखो तत तू
देखो तत तू, जब आपा पर का मिट गया, जब आपा पर का मिट गया, जत देखो तत तू, जत देखो तत तू, तू करता तू आ कबीर, तू करता तू हुआ, मुझ में रहना हूँ, मुझ में रहना हूँ, तू करता तू हुआ कबीर, तू करता तू हुआ कबीर, तू करता तू करता तू करता तू हुआ